ਨਵਜੋਤ ਸਿੰਘ ਸਿੱਧੂ ਜੀ ਨੂੰ ਬੀਤੇ ਕੱਲ ਸਜ਼ਾ ਬੋਲ ਗਈ। ਸੁਪਰੀਮ ਕੋਰਟ ਦੇ ਵਿੱਚ ਰਿਵਿਊ ਪਟੀਸ਼ਨ ਪਈ ਸੀ, ਉਸ ਤੋਂ ਬਾਅਦ 1 ਸਾਲ ਦੀ ਸਜ਼ਾ ਬੋਲ ਗਈ ਐਂਡ ਅਨੁਮਾਨ ਲਗਾਏ ਜਾ ਰਿਹਾ ਕਿ ਉਹ ਹੁਣ ਸਰੈਂਡਰ ਕਰਨਗੇ, ਜੇਲ੍ਹ ਜਾਣਗੇ। ਉਹਨਾਂ ਕੋਲ ਕੋਈ ਹੋਰ ਆਪਸ਼ਨ ਨਹੀਂ ਹੈ, ਜੇਲ੍ਹ ਜਾਣਾ ਪਏਗਾ। ਔਰ ਮੀਨਵਾਈਲ ਹੁਣ ਤੱਕ ਉਹਨਾਂ ਨੇ ਹਜੇ ਥੋੜਾ ਅਦਾਲਤ ਤੋਂ ਸਮਾਂ ਮੰਗਿਆ ਕਿ ਮੈਨੂੰ ਟਾਈਮ ਦਿਓ ਕਿਉਂਕਿ ਮੇਰੀ ਸਿਹਤ ਠੀਕ ਨਹੀਂ ਹੈ। ਬਹੁਤ ਸਾਰੇ ਲੋਕਾਂ ਤੋਂ ਤੁਸੀਂ ਸੁਣਿਆ ਹੋਵੇਗਾ, ਕਹਿੰਦੇ ਕਿ ਹੁਣ ਆਪਸ਼ਨ ਨਹੀਂ ਹੈ ਨਵਜੋਤ ਸਿੰਘ ਸਿੱਧੂ ਕੋਲ ਇਸ ਤੋਂ ਇਲਾਵਾ ਕੋਈ ਵੀ ਹੋਰ। ਓਨਲੀ ਐਂਡ ਓਨਲੀ ਵੇ ਇੱਥੇ ਜੋ ਸਜ਼ਾ ਮਿਲੀ ਹੈ ਜੇਲ੍ਹ ਜਾ ਕੇ ਉਹ ਐਕਸੈਪਟ ਕਰਨੀ ਪੈਗੀ ਔਰ ਉਹਨਾਂ ਨੇ ਐਕਸੈਪਟ ਕੀਤੀ ਵੀ ਹੈ। ਖੈਰ ਟਵੀਟ ਕਰਤਾ ਸੀ। ਮੈਂ ਮਨਵੀਰ ਕੌਰ ਅੱਜ ਦੀ ਵੀਡੀਓ ਮੈਂ ਇਸ ਕਰਕੇ ਬਣਾ ਰਹੀ ਹਾਂ ਕਿਉਂਕਿ ਦੇਅਰ ਇਜ਼ ਵਨ ਆਪਸ਼ਨ ਜਿਹੜੀ ਸ਼ਾਇਦ ਤੁਸੀਂ ਸੁਣ ਲਈ ਹੋਏਗੀ, ਜਿਹਦਾ ਨਾਮ ਹੈ ਕਿਊਰੇਟਿਵ ਪਟੀਸ਼ਨ। ਉਹ ਕਿਊਰੇਟਿਵ ਪਟੀਸ਼ਨ ਕਿਹੜੀ ਹੁੰਦੀ ਹੈ, ਕੀ ਹੁੰਦੀ ਹੈ, ਜਿਹੜੀ ਹਜੇ ਵੀ ਲਾਸਟ ਆਪਸ਼ਨ ਬਚਦੀ ਹੈ, ਉਹਦੇ ਤੇ ਮੈਂ ਛੋਟਾ ਜਿਹਾ ਐਕਸਪਲੇਨਰ ਅੱਜ ਤੁਹਾਡੇ ਲਈ ਲੈ ਕੇ ਆਈ ਹਾਂ। ਇਹਦੇ 'ਚ ਆਪਾਂ ਐਕਸਪਲੇਨ ਕਰਾਂਗੇ ਵੀ ਉਹ ਚੀਜ਼ ਹੈ ਕੀ ਆ, ਬੜੇ ਬੇਸਿਕ ਲੈਵਲ ਤੇ, ਨਾਟ ਇਨ ਦਾ ਲੀਗਲ ਟਰਮੀਨੋਲੋਜੀ। ਨਵਜੋਤ ਸਿੰਘ ਸਿੱਧੂ ਜੀ ਦਾ ਕੇਸ ਆਪਾਂ ਜਾਣਦੇ ਹਾਂ 27 ਦਸੰਬਰ 1988 ਦਾ ਘਟਨਾਕ੍ਰਮ ਹੈ ਸਾਰਾ। ਉਸ ਤੋਂ ਬਾਅਦ ਇਹ ਕੇਸ ਲਗਾਤਾਰ ਚੱਲਦਾ ਆ ਰਿਹਾ ਔਰ ਅੱਜ 2022 ਦੇ ਵਿੱਚ ਸਭ ਤੋਂ ਪਹਿਲਾਂ ਇੱਕ ਜਿਹੜਾ ਕੇਸ ਸੀਗਾ 1988 ਦਾ, ਇੱਕ ਸੈਸ਼ਨ ਕੋਰਟ 'ਚ ਜਾਂਦਾ ਹੈ। ਸੈਸ਼ਨ ਕੋਰਟ ਤੋਂ ਬਾਅਦ ਇਹ ਹਾਈ ਕੋਰਟ 'ਚ ਜਾਂਦਾ ਹੈ। ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਜਾਂਦਾ ਹੈ। ਸੁਪਰੀਮ ਕੋਰਟ ਦੇ ਵਿੱਚ ਰਿਵਿਊ ਪਟੀਸ਼ਨ ਲੱਗਦੀ ਹੈ। ਰਿਵਿਊ ਪਟੀਸ਼ਨ ਦੀ ਹੁਣੇ ਸਜ਼ਾ ਆਈ ਹੈ। ਰਿਵਿਊ ਪਟੀਸ਼ਨ ਤੋਂ ਬਾਅਦ ਕਿਹਾ ਜਾ ਰਿਹਾ ਕਿ ਦੇਅਰ ਇਜ਼ ਵਨ ਮੋਰ ਆਪਸ਼ਨ ਜਿਹਨੂੰ ਕਿਊਰੇਟਿਵ ਪਟੀਸ਼ਨ ਕਹੀ ਜਾਂਦੀ ਹੈ, ਜਿਹੜੀ ਇੱਕ ਥੈਰੇਪਿਊਟਿਕ ਪਟੀਸ਼ਨ ਹੈ, ਸੁਪਰੀਮ ਕੋਰਟ ਦੇ ਵਿੱਚ ਪਾਈ ਜਾ ਸਕਦੀ ਹੈ। ਇਹ ਉਹ ਪਟੀਸ਼ਨ ਹੈ ਜਦੋਂ ਸਾਰੀਆਂ ਆਪਸ਼ਨਸ ਖਤਮ ਹੋ ਜਾਣ ਤਾਂ ਉਸ ਤੋਂ ਬਾਅਦ ਇਹਨੂੰ ਵਰਤਿਆ ਜਾ ਸਕਦਾ। ਆਪਾਂ ਜਾਣਦੇ ਹਾਂ ਆਪਣੇ ਦੇਸ਼ ਦਾ ਜਿਹੜਾ ਪੂਰਾ ਸਿਸਟਮ ਆ ਉਹ ਆਪਣੇ ਸੰਵਿਧਾਨ ਦੇ ਦਾਇਰੇ ਦੇ ਵਿੱਚ ਕੰਮ ਕਰਦਾ ਔਰ ਆਪਣਾ ਸੰਵਿਧਾਨ ਆਪਾਂ ਨੂੰ ਕੁਝ ਕੁ ਰਾਈਟਸ ਦਿੰਦਾ ਹੈ, ਜਿਵੇਂ ਕਿ ਰਾਈਟ ਟੂ ਐਜੂਕੇਸ਼ਨ, ਰਾਈਟ ਟੂ ਲਿਵ ਵਿਦ ਡਿਗਨਿਟੀ, ਰਾਈਟ ਟੂ ਲਾਈਫ। ਐਵੇਂ ਦੇ ਆਪਣੇ ਬਹੁਤ ਸਾਰੇ ਅਧਿਕਾਰ ਹੈ ਔਰ ਅਧਿਕਾਰਾਂ ਦਾ ਉਨੀ ਦੇਰ ਤੱਕ ਕੋਈ ਫਾਇਦਾ ਨਹੀਂ ਹੁੰਦਾ ਬੇਸਿਕਲੀ ਜਿੰਨੀ ਦੇਰ ਤੱਕ ਉਹ ਅਧਿਕਾਰ ਆਪਣੇ ਪ੍ਰੋਟੈਕਟਡ ਨਾ ਹੋਣ। ਅਧਿਕਾਰਾਂ ਦੀ ਪ੍ਰੋਟੈਕਸ਼ਨ ਦੇ ਲਈ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਕੁਝ ਕੁ ਰੈਮੀਡੀਜ਼ ਹੈਗੀਆਂ ਨੇ। ਇਹਦੀ ਐਗਜ਼ਾਮਪਲ ਮੈਂ ਪ੍ਰੈਕਟੀਕਲ ਦੇਣੀ ਹੋਵੇ ਤਾਂ ਕਹਾਂਗੇ, ਜਿਵੇਂ ਆਪਾਂ ਕੋਈ ਬਹੁਤ ਮਹਿੰਗੀ ਚੀਜ਼ ਖਰੀਦਦੇ ਹਾਂ, ਜਿਵੇਂ ਆਪਾਂ ਸੋਨਾ ਖਰੀਦਦੇ ਹਾਂ, ਤਾਂ ਆਪਾਂ ਉਹ ਸੋਨੇ ਨੂੰ ਖਰੀਦਣ ਤੋਂ ਬਾਅਦ ਉਹਦੀ ਪ੍ਰੋਟੈਕਸ਼ਨ ਦਾ ਵੀ ਧਿਆਨ ਰੱਖਦੇ ਹਾਂ ਵੀ ਆਪਾਂ ਇਹਨੂੰ ਬਚਾ ਕੇ ਕਿਵੇਂ ਰੱਖਾਂਗੇ, ਸੋ ਦੈਟ ਸੇਫ ਗਾਰਡਿੰਗ, ਸੇਫ ਕੀਪਿੰਗ ਜਿਹੜੀ ਆ ਆਪਣੇ ਅਧਿਕਾਰਾਂ ਦੀ, ਉਹਦੇ ਹੀ ਅਧੀਨ ਇਹ ਜਿਹੜੀਆਂ ਪਲੀ ਪਾਉਣ ਦਾ ਸਿਸਟਮ ਆ, ਕਚਹਿਰੀਆਂ ਦੇ ਵਿੱਚ ਜਾ ਕੇ ਇੱਕ ਪਟੀਸ਼ਨ ਪਾਈ ਜਾ ਸਕਦੀ ਆ। ਔਰ ਫਰਦਰ ਲਾਸਟ ਵਨ ਆਪਸ਼ਨ ਜਿਹੜੀ ਕਿਊਰੇਟਿਵ ਪਟੀਸ਼ਨ ਹੈ ਉਹ 2002 ਦੇ ਵਿੱਚ ਪਟੀਸ਼ਨ ਪੈਦਾ ਹੁੰਦੀ ਆ। ਆਪਾਂ ਦੇਖਿਆ ਜਿਹੜੀ ਜੁਡੀਸ਼ਰੀ ਦੀ ਉਹ ਲੇਡੀ ਹੁੰਦੀ ਆ ਸਟੈਚੂ, ਜਿਹਦੇ ਅੱਖਾਂ ਦੇ ਉੱਤੇ ਕਾਲਾ ਕੱਪੜਾ ਬੰਨਿਆ ਹੁੰਦਾ ਔਰ ਹੱਥ 'ਚ ਤੱਕੜੀ ਫੜੀ ਹੁੰਦੀ ਆ, ਉਹਦਾ ਭਾਵ ਹੀ ਆਪਾਂ ਇਹੀ ਦੇਖਿਆ, ਹਮੇਸ਼ਾ ਆਪਾਂ ਨੂੰ ਇਹੀ ਸਮਝਾਇਆ ਗਿਆ ਕਿ ਕਿਸੇ ਵੀ ਬੇਦੋਸ਼ੀ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ। ਦੋਸ਼ੀ ਚਾਹੇ ਗਿਲਟੀ ਜਿਹੜਾ ਬੰਦਾ ਹੈ ਉਹ ਚਾਹੇ ਫ੍ਰੀ ਵੀ ਹੋ ਜਾਏ, ਨੋ ਪ੍ਰੋਬਲਮ, ਬਟ ਉਹ ਬੇਦੋਸ਼ੀ ਨੂੰ ਕਿਸੇ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ। ਇਸ ਪ੍ਰਿੰਸੀਪਲ ਦੇ ਉੱਤੇ ਆਪਣੀ ਜੁਡੀਸ਼ਰੀ ਸਾਰੀ ਕੰਮ ਕਰਦੀ ਹੈ ਵੀ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ, ਉਹਨਾਂ ਦੇ ਅਧਿਕਾਰਾਂ ਦਾ ਹਨਨ ਨਹੀਂ ਹੋਣਾ ਚਾਹੀਦਾ। ਇਸੇ ਕਰਕੇ ਸੁਪਰੀਮ ਕੋਰਟ ਆਫ ਇੰਡੀਆ ਨੇ 2002 ਦੇ ਵਿੱਚ ਇੱਕ ਇਨੋਵੇਸ਼ਨ ਲੱਭੀ ਆਪਣੇ ਕੰਮ ਦੇ ਵਿੱਚੋਂ ਔਰ ਪੈਦਾ ਕੀਤਾ ਕਿਊਰੇਟਿਵ ਪਟੀਸ਼ਨ ਨੂੰ। ਆਪਣੇ ਕੋਲ ਇੱਥੇ ਦੋ ਆਪਸ਼ਨਸ ਆਪਾਂ ਸੁਣੀਆਂ ਹੁੰਦੀਆਂ, ਇੱਕ ਰਿਵਿਊ ਪਟੀਸ਼ਨ ਹੁੰਦੀ ਹੈ, ਇੱਕ ਕਿਊਰੇਟਿਵ ਪਟੀਸ਼ਨ ਹੁੰਦੀ ਹੈ। ਰਿਵਿਊ ਪਟੀਸ਼ਨ ਉਹ ਹੁੰਦੀ ਆ ਵੀ ਜਦੋਂ ਸੁਪਰੀਮ ਕੋਰਟ ਨੇ ਕੋਈ ਫੈਸਲਾ ਸੁਣਾ ਦਿੱਤਾ, ਉਸ ਫੈਸਲੇ ਦੇ ਵਿੱਚ ਅਗਲੀ ਪਾਰਟੀ ਨੇ ਦੇਖਿਆ ਵੀ ਕੋਈ ਐਰਰ ਹੈਗਾ ਆ ਜਾਂ ਇਹਦੇ ਤੇ ਦੁਬਾਰਾ ਰਿਵਿਊ ਹੋਣ ਦੀ ਜ਼ਰੂਰਤ ਹੈ, ਤਾਂ ਉਹ ਮੈਰਿਟ ਬਣਾ ਕੇ ਰਿਵਿਊ ਕਰ ਦਿੱਤਾ ਜਾਂਦਾ। ਸੁਪਰੀਮ ਕੋਰਟ ਦਾ ਫੈਸਲਾ ਸੁਪਰੀਮ ਕੋਰਟ ਖੁਦ ਕਰਦੀ ਹੈ। ਸੋ ਉਹ ਰਿਵਿਊ ਜਿਹੜਾ ਪਟੀਸ਼ਨ ਉਹ ਆਪਾਂ ਨੂੰ ਆਪਣੇ ਇਨਹੈਰੀਟਡਲੀ ਮਿਲੀ ਹੋਈ ਆ, ਆਪਾਂ ਨੂੰ ਇੱਕ ਤਰ੍ਹਾਂ ਦਾ ਆਪਣੇ ਸੰਵਿਧਾਨ ਦੇ ਵਿੱਚ ਹੀ ਮਿਲੀ ਹੋਈ ਆ। ਦਿਸ ਇਜ਼ ਹਾਊ ਸੁਪਰੀਮ ਕੋਰਟ ਕੰਮ ਕਰਦੀ ਹੈ। ਪਰ ਜਿਹੜੀ ਕਿਊਰੇਟਿਵ ਜਿਹੜੀ ਪਟੀਸ਼ਨ ਹੈ ਇਹ ਆਪਾਂ ਨੂੰ ਸੁਪਰੀਮ ਕੋਰਟ ਨੇ ਆਪਣੇ ਆਪ ਦਿੱਤੀ ਹੈ। ਸੁਪਰੀਮ ਕੋਰਟ ਨੇ ਆਪਣੇ ਜਦੋਂ ਕੰਮ ਕਰ ਰਹੇ ਆ ਤਾਂ ਉਹਨਾਂ ਕੰਮਾਂ ਦੇ ਵਿੱਚੋਂ ਕੋਈ ਵੀ ਐਦਾਂ ਦੀ ਚੀਜ਼ ਬਾਈ ਚਾਂਸ ਨਾ ਆ ਜਾਵੇ ਜਿਹਦੇ ਨਾਲ ਐਰਰ ਆਫ ਜਜਮੈਂਟ ਹੋਵੇ, ਜਿਹਦੇ ਨਾਲ ਲੋਕਾਂ ਦੇ ਨਾਲ ਮਿਸਕੈਰੀਏਜ ਆਫ ਜਸਟਿਸ ਹੋਵੇ, ਕੋਈ ਮਾਲ ਟਰੀਟਮੈਂਟ ਇਨ ਦਾ ਪ੍ਰੋਸੈਸ ਜਸਟਿਸ ਦੇ ਵਿੱਚ ਰਹਿ ਗਿਆ ਹੋਵੇ। ਇੱਕ ਤਰ੍ਹਾਂ ਦੇ ਨਾਲ ਸੁਪਰੀਮ ਕੋਰਟ ਨੇ ਆਪਣੇ ਹੀ ਫੈਸਲੇ ਨੂੰ ਦੁਬਾਰਾ ਤੋਂ ਚੈਲੰਜ ਕਰਨ ਦੇ ਲਈ ਆਪ ਹੀ ਇੱਕ ਕਿਊਰੇਟਿਵ ਜਿਹੜੀ ਪਟੀਸ਼ਨ ਆ ਇਹ ਪੈਦਾ ਕੀਤੀ 2002 ਦੇ ਵਿੱਚ। ਸੁਪਰੀਮ ਕੋਰਟ ਦੇ ਵਿੱਚ 2002 ਦੇ ਵਿੱਚ ਕੇਸ ਹੈ ਜਿਹੜਾ ਹਸਬੈਂਡ ਔਰ ਵਾਈਫ ਦਾ ਕੇਸ ਹੁੰਦਾ ਔਰ ਉਹ ਡਿਵੋਰਸ ਨੂੰ ਲੈ ਕੇ ਉਹਨਾਂ ਦੇ ਪਹਿਲਾਂ ਮਿਊਚੁਅਲ ਕੰਸੈਂਟ ਨਾਲ ਡਿਵੋਰਸ ਦੇਣਾ ਅਗਰੀ ਕੀਤਾ ਹੁੰਦਾ ਔਰ ਬਾਅਦ ਵਿੱਚ ਉਹ ਵਾਈਫ ਜਿਹੜੀ ਆ ਉਹ ਉਹਨਾਂ ਅਗਰੀ ਨਹੀਂ ਹੁੰਦੀ ਔਰ ਉਹ ਕੇਸ ਫਰਦਰ ਚੱਲਦਾ। ਉਸ ਕੇਸ ਦੀ ਜਦੋਂ ਜਜਮੈਂਟ ਆਉਂਦੀ ਆ ਤਾਂ ਉਸ ਤੋਂ ਬਾਅਦ ਸੁਪਰੀਮ ਕੋਰਟ ਦਾ ਇੱਕ ਉੱਥੇ ਸਵਾਲ ਖੜਾ ਹੁੰਦਾ ਹੈ ਕਿ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆ
ਉਹਦੇ ਦੇ ਅਗਰ ਆਪਾਂ ਉਹਨੂੰ ਚੈਲੰਜ ਕਰਨਾ ਹੋਵੇ ਜਾਂ ਉਹਨੂੰ ਰੈਕਟੀਫਾਈ ਕਰਾਉਣਾ ਹੋਵੇ ਤਾਂ ਆਪਾਂ ਰਿਵਿਊ ਪਟੀਸ਼ਨ ਪਾ ਸਕਦੇ ਹਾਂ। ਪਰ ਜੇ ਰਿਵਿਊ ਪਟੀਸ਼ਨ ਦੇ ਵਿੱਚ ਵੀ ਕੋਈ ਹੱਲ ਨਹੀਂ ਨਿਕਲਦਾ, ਉਹਦੇ ਵਿੱਚ ਵੀ ਕੋਈ ਫਰਦਰ ਹੈ ਤਾਂ ਕੀ ਕੀਤਾ ਜਾਵੇ। ਤਾਂ ਉਸ ਟਾਈਮ ਤੇ ਸੁਪਰੀਮ ਕੋਰਟ ਨੇ ਇੱਕ ਐਦਾਂ ਦੀ ਇਹ ਪਲੀ ਜਨਰੇਟ ਕੀਤੀ, ਇੱਕ ਨਵੀਂ ਪੈਦਾਵਾਰ ਸੁਪਰੀਮ ਕੋਰਟ ਦੀ ਹੈ ਕਿ ਜਿਹੜੀ ਕਿਊਰੇਟਿਵ ਪਲੀ ਪਾਉਣ ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਹੀ ਦੁਬਾਰਾ ਥੈਰੇਪਿਊਟਿਕ ਯੂਜ਼ ਦੇ ਲਈ, ਥੈਰੇਪਿਊਟਿਕ ਦਾ ਮਤਲਬ ਕਿਊਰੇਟਿਵ ਦਾ ਮਤਲਬ ਇਹ ਹੁੰਦਾ ਵੀ ਜਦੋਂ ਕੋਈ ਜ਼ਖਮ ਹੈ ਉਹਨੂੰ ਠੀਕ ਕਰਨ ਲਈ ਦਵਾਈ ਜਿਹੜੀ ਵਰਤੀ ਜਾਂਦੀ ਹੈ, ਉਸ ਦਵਾਈ ਦਾ ਜਿਹੜਾ ਇਫੈਕਟ ਹੁੰਦਾ ਉਹ ਕਿਊਰੇਟਿਵ ਇਫੈਕਟ ਹੁੰਦਾ, ਠੀਕ ਕਰਨ ਵਾਲਾ, ਵੀ ਉਹਦੇ ਲਈ ਵਰਤੀ ਜਾ ਸਕੇ। ਸੁਪਰੀਮ ਕੋਰਟ ਦੇ ਆਪਣੇ ਫੈਸਲੇ ਨੂੰ ਇੱਕ ਤਰ੍ਹਾਂ ਦੇ ਨਾਲ ਚੈਲੰਜ ਕਰ ਸਕੇ ਸੁਪਰੀਮ ਕੋਰਟ ਖੁਦ ਹੀ ਖੁਦ। ਸੋ ਇਹ ਕਿਊਰੇਟਿਵ ਪਟੀਸ਼ਨ ਜਿਹੜੀ ਹੈ 2002 ਦੇ ਵਿੱਚ ਇੱਕ ਨਵੀਂ ਐਡੀਸ਼ਨ ਆਪਾਂ ਕਹਿ ਸਕਦੇ ਹਾਂ, ਇੱਕ ਨਵੀਂ ਇਨੋਵੇਸ਼ਨ ਆ ਸੁਪਰੀਮ ਕੋਰਟ ਦੀ ਆਪਣੇ ਆਪ ਹੀ। ਕਿਊਰੇਟਿਵ ਪਟੀਸ਼ਨ ਵੀ 30 ਦਿਨਾਂ ਦੇ ਵਿੱਚ ਪਾਈ ਜਾ ਸਕਦੀ ਹੈ ਔਰ ਇਹਦਾ ਆਧਾਰ ਜਿਹੜਾ ਹੋਣਾ ਚਾਹੀਦਾ ਉਹ ਸਟਰੋਂਗ ਆਧਾਰ ਹੋਣਾ ਚਾਹੀਦਾ। ਇਹ ਨਹੀਂ ਕਿ ਕੋਈ ਵੀ ਪਾ ਸਕਦਾ, ਬਟ ਇਹਦਾ ਇੱਕ ਮੈਰਿਟਸ ਜਿਹੜੀਆਂ ਇਹਦੀਆਂ ਹੋਣੀਆਂ ਚਾਹੀਦੀਆਂ। ਉਹਦੇ ਨਾਲ ਸੀਨੀਅਰ ਜਿਹੜੇ ਲਾਇਰ ਹੁੰਦੇ ਆ ਸੁਪਰੀਮ ਕੋਰਟ ਦੇ ਹੋ ਗਏ, ਉਹਨਾਂ ਦਾ ਇੱਕ ਸਰਟੀਫਿਕੇਸ਼ਨ ਹੋਣੀ ਚਾਹੀਦੀ ਆ, ਵੀ ਮਤਲਬ ਇੱਕ ਸੀਨੀਅਰ ਲਾਇਰ ਵੀ ਸੋਚਣ ਕਿ ਹਾਂ ਇਹ ਕਿਊਰੇਟਿਵ ਪਟੀਸ਼ਨ ਜਿਹੜੀ ਆ ਇਹ ਪੈ ਸਕਦੀ ਹੈ, ਇਹਦਾ ਬਹੁਤ ਸੋਲਿਡ ਗਰਾਊਂਡ ਹੈ। ਉਸ ਤੋਂ ਬਾਅਦ ਇਹ ਜਿਹੜੀ ਪਟੀਸ਼ਨ ਹੈ ਸੀਨੀਅਰ ਮੋਸਟ ਜਿਹੜੇ 3 ਜੱਜ ਹੁੰਦੇ ਆ ਸੁਪਰੀਮ ਕੋਰਟ ਦੇ ਸੀਨੀਅਰ ਮੋਸਟ, ਉਹਨਾਂ ਦੇ ਕੋਲ ਜਾਂਦੀ ਹੈ, ਪਲੱਸ ਨਾਲ ਹੀ ਉਹਨਾਂ ਜੱਜਸ ਦੇ ਕੋਲ ਜਾਂਦੀ ਹੈ ਜਿਨ੍ਹਾਂ ਨੇ ਫੈਸਲਾ ਸੁਣਾਇਆ ਹੁੰਦਾ ਆ, ਜਿਨ੍ਹਾਂ ਦੇ ਫੈਸਲੇ ਨੂੰ ਇੱਕ ਤਰ੍ਹਾਂ ਦੇ ਨਾਲ ਕਿਊਰੇਟਿਵ ਪਟੀਸ਼ਨ ਦੇ ਵਿੱਚ ਚੈਲੰਜ ਮਿਲ ਰਿਹਾ ਹੈ। ਸੋ ਉਹ ਜੱਜਸ ਜਿਨ੍ਹਾਂ ਨੇ ਫੈਸਲਾ ਸੁਣਾਇਆ ਹੁੰਦਾ ਪਟੀਸ਼ਨ ਤੇ, ਪਲੱਸ ਜਿਹੜੇ 3 ਸੀਨੀਅਰ ਮੋਸਟ ਜੱਜਸ ਔਰ ਨਾਲ ਸੀਨੀਅਰ ਐਡਵੋਕੇਟ ਵੀ ਇੱਕ ਬੜੇ ਫਰੈਂਡਲੀ ਵੇ ਦੇ ਨਾਲ ਸੁਪਰੀਮ ਕੋਰਟ ਨਾਲ ਮਿਲ ਕੇ ਇਸ ਪਟੀਸ਼ਨ ਤੇ ਫਰਦਰ ਦੇਖਦੇ ਆ ਕਿ ਕੀ ਇਹ ਪਟੀਸ਼ਨ ਕਿਊਰੇਟਿਵ ਪਟੀਸ਼ਨ ਦਾਇਰ ਕੀਤੀ ਜਾ ਸਕਦੀ ਹੈ ਜਾਂ ਨਹੀਂ ਕੀਤੀ ਜਾ ਸਕਦੀ। ਕਿਊਰੇਟਿਵ ਪਟੀਸ਼ਨ ਨੂੰ ਬਹੁਤ ਘੱਟ ਇਹਦਾ ਸਕਸੈਸ ਰੇਟ ਹੈ, ਆਪਾਂ ਸਮਝ ਚੁੱਕੇ ਹਾਂ ਇੱਥੋਂ ਤੱਕ। ਮੈਨੂੰ ਲੱਗਦਾ ਕਿ ਇੱਕ ਤਰ੍ਹਾਂ ਦੇ ਨਾਲ ਲਾਸਟ ਆਪਸ਼ਨ ਦਿੱਤੀ ਜਾਂਦੀ ਹੈ ਕਿਸੇ ਇਨਸਾਨ ਨੂੰ ਕਿ ਉਹਨੂੰ ਇਹ ਨਾ ਲੱਗੇ ਵੀ ਉਹਦੀ ਗੱਲ ਨਹੀਂ ਸੁਣੀ ਜਾ ਰਹੀ। ਜਿਹਨੂੰ ਇਹ ਲੱਗ ਰਿਹਾ ਕਿ ਮੇਰੀ ਗੱਲ ਨਹੀਂ ਸੁਣੀ ਜਾ ਰਹੀ, ਉਹਨੂੰ ਵੀ ਦੁਬਾਰਾ ਗੱਲ ਸੁਣਾਉਣ ਦਾ ਮੌਕਾ ਦਿੱਤਾ ਜਾਂਦਾ ਕਿਊਰੇਟਿਵ ਪਟੀਸ਼ਨ ਦੇ ਵਿੱਚ। ਸੋ ਕਿਊਰੇਟਿਵ ਪਟੀਸ਼ਨ ਦਾ ਸਕਸੈਸ ਰੇਟ ਬਹੁਤ ਘੱਟ ਹੈ। ਵੈਸੇ ਇਹਦਾ ਕੋਈ ਓਫੀਸ਼ੀਅਲ ਡਾਟਾ ਅਵੇਲੇਬਲ ਨਹੀਂ ਹੈਗਾ, ਬਟ 0.1% ਹੀ ਸਕਸੈਸ ਰੇਟ ਹੈ। ਮਤਲਬ ਕਿ ਅਗਰ ਹਜ਼ਾਰਾਂ ਦੇ ਵਿੱਚ ਪਟੀਸ਼ਨਸ ਜਾਂਦੀਆਂ ਨੇ ਸੁਪਰੀਮ ਕੋਰਟ ਦੇ ਵਿੱਚ ਤਾਂ ਉਹਨੇ ਵਿੱਚੋਂ ਹਾਰਡਲੀ 1, 2 ਜਾਂ 10 ਤੋਂ ਘੱਟ ਹੀ ਕਿਊਰੇਟਿਵ ਪਟੀਸ਼ਨਸ ਜਿਹੜੀਆਂ ਅੱਜ ਤੱਕ ਸਕਸੈਸਫੁਲੀ ਰਿਵਿਊ ਹੋ ਪਾਈਆਂ ਨੇ। ਅਦਰਵਾਈਜ਼ ਉਹਨਾਂ ਤੇ ਰਿਵਿਊ ਕਰਨ ਤੋਂ ਹੀ ਇਨਕਾਰੀ ਹੋ ਜਾਂਦੀ ਹੈ ਸੁਪਰੀਮ ਕੋਰਟ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਹਦੀ ਗਰਾਊਂਡ ਜਿਹੜੀ ਆ ਉਹ ਪ੍ਰੋਪਰਲੀ ਸਟਰੋਂਗ ਨਹੀਂ ਹੈ ਕਿ ਇਹਦੇ ਤੇ ਕੋਰਟ ਦਾ ਸਮਾਂ ਲੱਗੇ। ਇਹ ਜਿਹੜੀ ਕਿਊਰੇਟਿਵ ਪਟੀਸ਼ਨ ਹੈ, ਇਹ ਜਿਹੜਾ ਨਿਰਭਇਆ ਗੈਂਗ ਕੇਸ ਦਸੰਬਰ 2012 ਦਿੱਲੀ ਦੇ ਵਿੱਚ ਹੋਇਆ, ਉਹਦੇ ਜਿਹੜੇ ਕਨਵਿਕਟ ਸੀਗੇ ਉਹਦੇ ਵਿੱਚ 4 ਜਾਣੇ ਸੀ। 4 ਦੇ ਵਿੱਚੋਂ ਉਹਨਾਂ ਨੇ ਵੀ ਪਹਿਲਾਂ ਕੇਸ ਚੱਲਿਆ ਉਹਨਾਂ ਦਾ ਸੁਪਰੀਮ ਕੋਰਟ ਦੇ ਵਿੱਚ, ਫਾਸਟ ਟਰੈਕ ਤੇ ਕੇਸ ਚੱਲਿਆ ਔਰ ਸੁਪਰੀਮ ਕੋਰਟ ਤੋਂ ਬਾਅਦ ਉਹਨਾਂ ਨੇ ਰਿਵਿਊ ਪਟੀਸ਼ਨ ਵੀ ਉਸ ਫੈਸਲੇ ਦੇ ਉੱਤੇ ਪਾਈ ਜੋ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ। ਰਿਵਿਊ ਪਟੀਸ਼ਨ ਵੀ ਖਾਰਿਜ ਹੋਣ ਤੋਂ ਬਾਅਦ ਉਹਨਾਂ ਕਨਵਿਕਟਸ ਨੇ ਮਰਸੀ ਪਟੀਸ਼ਨ ਪਾਈ ਪ੍ਰੈਜ਼ੀਡੈਂਟ ਆਫ ਇੰਡੀਆ ਕੋਲ, ਉਹ ਵੀ ਉਹਨਾਂ ਦੀ ਖਾਰਿਜ ਹੋ ਗਈ। ਉਸ ਤੋਂ ਬਾਅਦ ਉਹਨਾਂ ਕੋਲ ਫਿਰ ਆਖਰੀ ਆਪਸ਼ਨ ਸੀ ਕਿਊਰੇਟਿਵ ਪਟੀਸ਼ਨ ਦੀ। ਉਹਨਾਂ ਦੇ ਵਿੱਚੋਂ 4 ਚੋਂ ਇੱਕ ਜਾਣੇ ਨੇ ਕਿਊਰੇਟਿਵ ਪਟੀਸ਼ਨ ਪਾਈ ਸੀ, ਉਹਦੀ ਪਟੀਸ਼ਨ ਉੱਥੇ ਵੀ ਖਾਰਿਜ ਹੋ ਜਾਂਦੀ ਆ, ਪਰ ਉਹਦੇ ਵੱਲੋਂ ਵਰਤੀ ਗਈ ਸੀ। ਇਸੇ ਤਰ੍ਹਾਂ ਇੱਕ ਯਾਕੂਬ ਮੈਨਨ ਨਾਮ ਦਾ ਇੱਕ ਬੰਬੇ ਬਲਾਸਟ ਕੇਸ ਦੇ ਵਿੱਚ ਬਹੁਤ ਵੱਡਾ ਇੱਕ ਕੇਸ ਆਪਾਂ ਸਾਰੇ ਉਸ ਨੂੰ ਜਾਣਦੇ ਆ, ਉਹਦੇ ਵੱਲੋਂ ਵੀ ਇਹ ਪਟੀਸ਼ਨ ਪਾਈ ਗਈ ਸੀ, ਬਟ ਉਹ ਵੀ ਪਟੀਸ਼ਨ ਖਾਰਿਜ ਕਰ ਦਿੱਤੀ ਗਈ ਸੀ। ਮਤਲਬ ਕਿ ਇਹ ਸੁਪਰੀਮ ਕੋਰਟ ਨੇ ਇੱਕ ਨਵਾਂ ਅਧਿਕਾਰ ਲੋਕਾਂ ਨੂੰ ਦਿੱਤਾ ਹੈ ਕਿ ਜੇਕਰ ਤੁਹਾਨੂੰ ਲੱਗਦਾ ਕਿ ਅਨਬਾਇਸਡ ਸਿਸਟਮ ਨਾਲ ਜਸਟਿਸ ਨਹੀਂ ਹੋਈ ਜਾਂ ਸਟਿਲ ਦੇਅਰ ਆਰ ਬਾਇਸਿਸ ਜਾਂ ਕਿਤੇ ਮਿਸਕੈਰੇਜ ਆਫ ਜਸਟਿਸ ਹੋਇਆ ਆ ਜਾਂ ਸੁਪਰੀਮ ਕੋਰਟ ਦੇ ਫੈਸਲੇ ਨਾਲ ਕਿਸੇ ਸਟਰੋਂਗ ਗਰਾਊਂਡਸ ਦੇ ਉੱਤੇ ਤੁਹਾਡੀ ਅਸਹਿਮਤੀ ਹੈ, ਤਾਂ ਦੁਬਾਰਾ ਤੋਂ ਉਸ ਪੂਰੇ ਫੈਸਲੇ ਨੂੰ ਸੁਪਰੀਮ ਕੋਰਟ ਦੁਬਾਰਾ ਦੇਖ ਸਕਦੀ ਹੈ ਔਰ ਅੱਗੇ ਜੋ ਕਾਰਵਾਈ ਹੋਏਗੀ ਉਹ ਤਾਂ ਟੋਟਲੀ ਔਨ ਦਾ ਡਿਸਕ੍ਰਿਸ਼ਨ ਆਫ ਜੱਜਿਸ ਹੋਏਗੀ। ਪਰ ਇੱਕ ਵਾਰੀ ਮੌਕਾ ਦਿੱਤਾ ਜਾਂਦਾ ਈਚ ਐਂਡ ਐਵਰੀ ਸਿਟੀਜ਼ਨ, ਮੈਨੂੰ ਲੱਗਦਾ ਜਿਹਦੇ ਕੇਸ ਉੱਥੇ ਤੱਕ ਆ ਉੱਥੇ ਅਪਲਾਈ ਕਰ ਸਕਦੇ ਆ ਕਿਊਰੇਟਿਵ ਪਟੀਸ਼ਨ ਦੇ ਲਈ। ਪਰ ਅਗਰ ਉਹਨਾਂ ਦੇ ਬਾਕੀ ਦੇ ਸਾਰੇ ਰਿਜ਼ੋਰਟ ਖਤਮ ਹੋ ਜਾਣ, ਇਹ ਨੰਬਰ ਤਾਂ ਬਹੁਤ ਜ਼ਿਆਦਾ ਹੈਗਾ ਆ ਸੁਪਰੀਮ ਕੋਰਟ ਦੇ ਵਿੱਚ ਕਿ ਕਾਫੀ ਕਿਊਰੇਟਿਵ ਪਟੀਸ਼ਨਸ ਦਾਇਰ ਹੋ ਰਹੀਆਂ ਆ, ਪਰ ਇਹਦਾ ਸਕਸੈਸ ਰੇਟ ਆਪਾਂ ਗੱਲ ਕਰ ਚੁੱਕੇ ਕਾਫੀ ਘੱਟ ਆ। ਪਰ ਅਗਰ ਬਾਈ ਚਾਂਸ ਸੁਪਰੀਮ ਕੋਰਟ ਨੂੰ ਲੱਗਦਾ ਹੈ ਕਿ ਇਹ ਕਿਊਰੇਟਿਵ ਪਟੀਸ਼ਨ ਐਵੇਂ ਪਾ ਦਿੱਤੀ ਗਈ ਹੈ, ਇਹਦਾ ਕੋਈ ਸਟਰੋਂਗ ਆਧਾਰ ਨਹੀਂ ਹੈ, ਤਾਂ ਉਸ ਤੋਂ ਬਾਅਦ ਸੁਪਰੀਮ ਕੋਰਟ
ਇੱਕ ਐਗਜ਼ੈਂਪਲਰੀ ਪਨਿਸ਼ਮੈਂਟ ਵੀ ਆ ਆਪਾਂ ਕਹਿ ਸਕਦੇ ਹਾਂ, ਐਗਜ਼ੈਂਪਲਰੀ ਕਾਸਟ ਵੀ ਪੇ ਕਰਨੀ ਪੈ ਸਕਦੀ ਆ ਪਟੀਸ਼ਨ ਕਰਨ ਵਾਲੇ ਨੂੰ, ਕਿਉਂਕਿ ਸੁਪਰੀਮ ਕੋਰਟ ਫਿਰ ਉੱਥੇ ਇੱਕ ਸਟੈਂਡਰਡ ਸੈੱਟ ਕਰਦੇ ਆ ਕਿ ਸੁਪਰੀਮ ਕੋਰਟ ਦਾ ਸਮਾਂ ਨਾ ਖਰਾਬ ਹੋਵੇ ਜਾਂ ਇੱਦਾਂ ਦੇ ਅੱਗੇ ਹੋਰ ਪਟੀਸ਼ਨਾਂ ਬੇਫਾਲਤੂ ਦੀਆਂ ਨਾ ਆਉਣ, ਬਿਨਾਂ ਸੋਲਿਡ ਆਧਾਰ ਤੋਂ ਨਾ ਆਉਣ। ਸੋ ਉਹ ਜਿਹੜੀ ਐਗਜ਼ੈਂਪਲਰੀ ਕਾਸਟ ਆ ਉਹ ਬਹੁਤ ਹਿਊਜ ਕਾਸਟ ਵੀ ਹੋ ਸਕਦੀ ਆ ਅਗਰ ਬਿਨਾਂ ਸੋਚੇ ਸਮਝੇ ਜਾਂ ਬਿਨਾਂ ਸੋਲਿਡ ਆਧਾਰ ਤੋਂ ਇਹੋ ਜਿਹੀ ਪਟੀਸ਼ਨ ਪਾ ਦਿੱਤੀ ਜਾਵੇ। ਹੁਣ ਨਵਜੋਤ ਸਿੰਘ ਸਿੱਧੂ ਦਾ ਜੋ ਕੇਸ ਹੈ ਉਹ ਸਾਰੇ ਫੇਜ਼ਸ 'ਚੋਂ ਲੰਘ ਚੁੱਕਾ ਹੈ। ਰਿਵਿਊ ਪਟੀਸ਼ਨ ਸੁਪਰੀਮ ਕੋਰਟ ਦਾ ਜੋ ਫੈਸਲਾ ਆਇਆ ਸੀ ਉਹਦੇ 'ਤੇ ਰਿਵਿਊ ਪਟੀਸ਼ਨ ਦਾ ਵੀ ਫੈਸਲਾ ਆ ਚੁੱਕਾ ਹੈ, ਔਰ ਸੋ ਉਹਨਾਂ ਦੇ ਕੋਲ ਹੁਣ ਕਿਊਰੇਟਿਵ ਜਿਹੜੀ ਪਟੀਸ਼ਨ ਹੈ, ਜਿਹਨੂੰ ਥੈਰੇਪਿਊਟਿਕ ਪਟੀਸ਼ਨ ਕਹਿੰਦੇ, ਉਹੀ ਰਾਸਤਾ ਬਚਦਾ ਆ। ਬਟ ਇਹ ਜਿਹੜੀ ਕਿਊਰੇਟਿਵ ਪਟੀਸ਼ਨ ਹੈ ਇਹ ਬਹੁਤ ਘੱਟ ਸਕਸੈਸ ਰੇਟ ਆ ਇਹਦਾ। ਇਹਨੂੰ ਉੱਥੇ ਤੱਕ ਲੈ ਕੇ ਜਾਣਾ ਔਰ ਜੱਜਾਂ ਦੇ ਵੱਲੋਂ ਇਹੀ ਫੈਸਲਾ ਕਰਨਾ ਕਿ ਕੀ ਇਹਦੇ 'ਤੇ ਸੁਣਵਾਈ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ, ਇਹੀ ਇੱਕ ਬਹੁਤ ਮੇਰੇ ਅਕੋਰਡਿੰਗਲੀ ਡਿਫਿਕਲਟ ਐਂਡ ਬਹੁਤ ਇੱਕ ਅਨਐਕਸਪੈਕਟਡ ਹੋਏਗਾ ਅਗਰ ਇਸ ਮੂਵ ਵੱਲ ਜਾਂਦੇ ਆ। ਔਰ ਇਹਦਾ ਜਿਹੜਾ ਫੈਸਲਾ ਵੀ ਲਿਆ ਜਾਂਦਾ ਆ ਉਹਦੇ ਵਿੱਚ ਵੀ ਆਪਾਂ ਗੱਲ ਕਰ ਚੁੱਕੇ ਹਾਂ ਵੀ ਜਿਹੜੇ ਜੱਜਿਸ ਆ, 3 ਸੀਨੀਅਰ ਮੋਸਟ ਜੱਜਿਸ ਆਪਣੀ ਸੁਪਰੀਮ ਕੋਰਟ ਜੋ ਏਪੈਕਸ ਬੋਡੀ ਆਪਣੀ, ਉਹਦੇ ਵਿੱਚੋਂ 3 ਸੀਨੀਅਰ ਮੋਸਟ ਜੱਜਿਸ ਪਲੱਸ ਉਹੀ ਵਾਲੇ ਜੱਜਿਸ ਜਿਨ੍ਹਾਂ ਨੇ ਫੈਸਲਾ ਜਿਹੜਾ ਸੁਣਾਇਆ। ਜਿਵੇਂ ਹੁਣ ਨਵਜੋਤ ਸਿੰਘ ਸਿੱਧੂ ਜੀ ਅਗਰ ਪਾਉਂਦੇ ਆ ਤਾਂ ਜਿਹੜੇ ਜੱਜਿਸ ਨੇ ਉਹਨਾਂ ਦੀ ਪਟੀਸ਼ਨ 'ਤੇ ਰਿਵਿਊ ਪਟੀਸ਼ਨ 'ਤੇ ਫੈਸਲਾ ਸੁਣਾਇਆ ਪਲੱਸ ਉਹਨਾਂ ਦੇ ਨਾਲ ਹੋਰ 3 ਸੀਨੀਅਰ ਮੋਸਟ ਜੱਜਿਸ ਪਲੱਸ ਨਾਲ ਸੀਨੀਅਰ ਐਡਵੋਕੇਟ ਵੀ ਹੋ ਸਕਦੇ ਆ, ਤਾਂ ਜਾ ਕੇ ਉਹ ਡਿਸਾਈਡ ਕਰਨਗੇ ਕਿ ਵੈਦਰ ਇਹਦੇ 'ਤੇ ਫਰਦਰ ਗੱਲਬਾਤ ਹੋਣੀ ਚਾਹੀਦੀ ਆ, ਕਾਰਵਾਈ ਹੋਣੀ ਚਾਹੀਦੀ ਹੈ, ਇਹਨੂੰ ਇਸ ਪਟੀਸ਼ਨ ਨੂੰ ਲਿਆ ਜਾਣਾ ਚਾਹੀਦਾ ਕਿ ਨਹੀਂ ਲਿਆ ਜਾਣਾ ਚਾਹੀਦਾ। ਔਰ ਇਹ ਟੋਟਲੀ ਇੱਕ ਤਰ੍ਹਾਂ ਦੇ ਨਾਲ ਜਿਹੜੇ ਜੱਜਿਸ ਆਪਣੀ ਵਰਕ ਪਲੇਸ 'ਤੇ ਬਹਿ ਕੇ, ਮਤਲਬ ਜੋ ਉਹਨਾਂ ਦੇ ਆਫਿਸ ਜਾਂ ਚੈਂਬਰਸ ਆ ਉੱਥੇ ਹੀ ਸਾਰਾ ਫੈਸਲਾ ਸੁਣਾ ਸਕਦੇ ਆ। ਦੇ ਰੀਅਲੀ ਡੋਂਟ ਹੈਵ ਟੂ ਕੰਡਕਟ ਅਨਦਰ ਇਨਕੁਆਇਰੀ ਐਂਡ ਓਪਨ ਕੋਰਟਸ। ਦੋ ਅਗਰ ਕੋਈ ਇੱਦਾਂ ਦੀ ਪ੍ਰੋਵੀਜ਼ਨ ਹੈਗੀ ਆ ਜਿਹਦੇ 'ਚ ਅਪੀਲ ਕੀਤੀ ਗਈ ਆ ਕਿ ਓਪਨ ਕੋਰਟ ਦੇ ਵਿੱਚ ਸੁਣਵਾਈ ਹੋਵੇ ਤਾਂ ਉਹ ਵੀ ਕੀਤੀ ਜਾ ਸਕਦੀ ਆ ਅਕੋਰਡਿੰਗ ਟੂ ਦਾ ਡਿਸਕ੍ਰਿਸ਼ਨਰੀ ਪਾਵਰਸ ਆਫ ਜੁਡੀਸ਼ਰੀ। ਸੋ ਇਹ ਸੀ ਇੱਕ ਛੋਟੀ ਜਿਹੀ ਵੀਡੀਓ ਕਿਊਰੇਟਿਵ ਪਟੀਸ਼ਨ ਦੇ ਉੱਤੇ, ਤਾਂ ਕਿ ਮੇਰੀ ਆਡੀਅנס ਦੇ ਕੋਲ ਹਰ ਸਬਜੈਕਟ ਦੀ ਨੌਲੇਜ ਹੋਵੇ। ਇਹੀ ਮਨਸ਼ਾ ਦੇ ਨਾਲ ਮੈਂ ਵੀਡੀਓ ਬਣਾਈ। ਕਿਊਰੇਟਿਵ ਪਟੀਸ਼ਨ ਇੱਕ ਉਹ ਟੂਲ ਦਿੱਤਾ ਗਿਆ ਹੈ ਜਿਹਦੇ ਨਾਲ ਅਗਰ ਆਪਾਂ ਨੂੰ ਲੱਗਦਾ ਹੈ, ਪਟੀਸ਼ਨ ਕਰਤਾ ਨੂੰ ਲੱਗਦਾ ਹੈ ਕਿ ਸੁਪਰੀਮ ਕੋਰਟ ਦਾ ਫੈਸਲਾ ਬਾਇਸਡ ਸੀ, ਤਾਂ ਉਹਨੂੰ ਕਰੈਕਟ ਕਰਨ ਦੀ ਮੰਗ ਇਹ ਕਿਊਰੇਟਿਵ ਪਟੀਸ਼ਨ ਦਿੰਦੀ ਹੈ। ਕਿਊਰੇਟਿਵ ਦਾ ਮਤਲਬ ਹੀ ਔਪਚਾਰਿਕਤਾ ਹੈ, ਠੀਕ ਕਰਨਾ ਹੈ, ਥੈਰੇਪਿਊਟਿਕ ਹੈ। Thank you so much for watching. ਤੁਹਾਨੂੰ ਵਧੀਆ ਲੱਗੀ ਤਾਂ do type your comments for me. Thank you.